ਤਿਨ ਵੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜਹ ਤੈਂ ਭੈ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਬਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਰਬੱਤ ਸੰਗਤਾਂ ਬੜੇ ਸ਼ਾਂਤ ਮਾਹੌਲ ਦੇ ਅੰਦਰ ਕੋ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ। ਬੈਕੁੰਠ ਵਰਗੇ ਵਾਤਾਵਰਨ ਦੇ ਅੰਦਰ ਆਪ ਜੀ ਸਵਾਇਮਾਨ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਕਲਯੁਗ ਭਇਓ। ਸ੍ਰੀ ਗੁਰੂ ਰੂਪ ਮਹਾਨ 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਪਾਵਨ ਬਚਨ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਾਰੇ ਖਾਲਸਾ ਪੰਥ ਨੂੰ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਆਪਨ ਪੋ ਸ੍ਰੀ ਖਾਲਸੇ ਸੌਂਪਾ ਦੁਤੀ ਰੂਪ ਸਤਿਗੁਰੂ ਗ੍ਰੰਥ। ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ। ਗੁਣਨ ਬਾਦ ਪੁਨ ਸਿਫਤ ਸਲਾਹਨ ਊਠਤ ਬੈਠਤ ਸੈਨ ਕਰੰਥਾ। ਪਾਵਨ ਪੰਥ ਖਾਲਸਾ ਪ੍ਰਗਟਿਓ ਚਾਰ ਵਰਨ ਆਸ਼ਰਮ ਸੋ ਪੰਥਾ। ਇਨਕੇ ਦਰਸ ਸਤਿਗੁਰ ਕੋ ਦਰਸ। ਕਦੋਂ ਬੋਲਣ ਗੁਰੂ ਸ਼ਬਦ ਗੁਰੂ ਗ੍ਰੰਥ। ਦੁਆਦਸ ਰਊ ਸਤਿਗੁਰ ਇਹ ਕਹੀਐ ਦੁਆਦ ਭਾਨ ਪ੍ਰਗਟ ਹਰ ਸੰਤਾ। ਪ੍ਰਤੱਖ ਕਲਾ ਪਾਰ ਬ੍ਰਹਮਤ ਨੀਚੈ ਗ੍ਰੰਥ ਪੰਥ ਖਾਲਸ ਵਰਤੰਤ। ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਖਾਸ ਗ੍ਰੰਥ ਗੁਰ ਰੂਪ ਬਦੰਤ। ਇਹ ਸ਼੍ਰੀ ਮੁਖ ਬਾਕ ਬਾਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ। ਇਸ ਦੇ ਅੱਗੇ ਮੂਰੇ ਪਾਤਸ਼ਾਹੀ 10ਵੀਂ ਲਿਖਿਆ ਗਿਆ ਹੈ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਲੱਗੇ ਵੀ ਇਹ ਰਚਨਾ ਕਿਸ ਦੀ। ਸ਼੍ਰੀ ਮੁਖ ਬਾਕ ਪਾਤਸ਼ਾਹੀ 10ਵੀਂ ਤੇ ਵਿਸ਼ਨ ਪਦ ਪੁੰਨਿਆ ਕਿ ਇਹ ਛੰਦਾਂ ਦੀਆਂ ਅਨੇਕਾਂ ਜਾਤਾਂ ਹਨ ਤੇ ਉਹਦੇ ਵਿੱਚ ਅਨੁਸ਼ਟਮ ਛੰਦ ਹੈ। ਇਹ ਵੀ ਛੰਦ ਦੀ ਇੱਕ ਜਾਤੀ ਹੈ। ਉਹਦੇ ਵਿੱਚ ਇਹ ਸ਼ਬਦ ਕਹੇ ਕਹਿਣ ਤੋਂ ਭਾਵ ਐਸੇ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹੋ। ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮੁਬਾਰਕ ਬਚਨ ਹੈ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ। ਜਿੱਥੇ ਗੁਰੂ ਦੀ ਸ਼ੋਭਾ ਵਡਿਆਈ ਹੈ ਉੱਥੇ ਉਹਨਾਂ ਗੁਰਸਿੱਖਾਂ ਦੀ ਵਡਿਆਈ ਹੈ ਜਿਹੜੇ ਗੁਰਪੁਰਬ ਮਨਾਉਣ। ਗੁਰੂ ਸਾਹਿਬ ਦੀ ਉਪਮਾ ਤੋਂ ਬਾਅਦ ਫਿਰ ਇਸ ਉਪਮਾ ਦੇ ਪਾਤਰ ਹਨ ਸ਼੍ਰੀਮਾਨ ਸੰਤ ਬਾਬਾ ਰਣਜੋਤ ਸਿੰਘ ਜੀ ਢੈਂਠਲ ਵਾਲੇ। ਇਹਨਾਂ ਦਾ ਵੀ ਬਚਪਨ ਸੀ, ਦਾਸ ਦਾ ਵੀ ਬਚਪਨ ਸੀ। ਜਦੋਂ ਪਹਿਲੀ ਵਾਰ ਇਹਨਾਂ ਦੇ ਦਰਸ਼ਨ ਹੋਏ ਇਹ ਆਪਣੇ ਖੂਹ 'ਤੇ ਬੈਠੇ ਹਾਰਮੋਨੀਅਮ ਦੇ ਨਾਲ ਇਕੱਲੇ ਹੀ ਆਪਣੀ ਮੌਜ ਬੈਠੇ ਜਸ ਕਰਦੇ ਸਨ ਵਾਹਿਗੁਰੂ ਦਾ। ਇਹ ਤਕਰੀਬਨ 1968-69 ਦੇ ਲਾਗੇ ਛਾਗੇ ਦੀ ਗੱਲ ਹੈ। ਤੇ ਉਸ ਵੇਲੇ ਤੋਂ ਮਹਾਂਪੁਰਸ਼ਾਂ ਦੇ ਦਰਸ਼ਨ ਇਹਨਾਂ ਦੇ ਹੁੰਦੇ ਆ ਰਹੇ ਆ। ਗੁਰਮੁਖ ਰੂਹ ਹੈ, ਸ਼ਾਂਤ ਸੁਭਾਅ ਹੈ। ਆਪਣੇ ਸਰੀਰ ਨਾਲੋਂ ਦੂਸਰੇ ਦਾ ਆਦਰ ਕਰਨ ਦਾ ਸੁਭਾਅ ਇਹਨਾਂ ਵਿੱਚ ਹੈ। ਬਹੁਤ ਨਾ ਹੀ ਬੋਲਣਾ,
ਇਸ ਤੁਕ ਦੇ ਆਧਾਰਿਤ ਇਹਨਾਂ ਦਾ ਜੀਵਨ ਹੈ। ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤਿ ਪਾਏ, ਇਹ ਗੁਰਮਤਿ ਦੇ ਇਹਨਾਂ ਗੱਲਾਂ ਦੇ ਧਾਰਨੀ। ਇਤਫਾਕੀਆ ਸੰਯੋਗ ਬਸ ਇਹਨਾਂ ਨੂੰ ਜਥੇਦਾਰ ਹਰਦੀਪ ਸਿੰਘ ਜੀ ਇੱਕ ਇਹੋ ਜਿਹਾ ਨੌਜਵਾਨ ਹੋਣਹਾਰ ਬੱਚਾ ਸੇਵਾਦਾਰ ਰੂਪ ਦੇ ਅੰਦਰ ਮਿਲਿਆ ਤੇ ਜਿਹੜਾ ਪ੍ਰਬੰਧ ਕਰਨ ਦੇ ਵਿੱਚ ਮਹਾਂਪੁਰਸ਼ਾਂ ਦੇ ਦਿਮਾਗ ਤੇ ਕਦੇ ਕੋਈ ਵਜਨ ਹੀ ਨਹੀਂ ਪੈਣ ਦਿੰਦਾ। ਤੇ ਸਾਰੇ ਹੋਰ ਜਿਹੜੇ ਸਾਥੀ ਨੇ ਉਹਨਾਂ ਦੇ ਸਾਰੇ ਮਿਲ ਕੇ ਯੋਗ ਪ੍ਰਬੰਧ ਕੀਤਾ। ਗੁਰਪੁਰਬ ਵੀ ਉਹ ਮਨਾ ਰਹੇ ਹੋ ਤੇ ਜਿਹੜੇ ਸਾਰੇ ਸੰਸਾਰ ਦੇ ਅੰਦਰ ਜਿਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਸਭ ਸ਼ਬਦ ਦਾ ਮਤਲਬ ਸਮੁੱਚੇ ਰੂਪ ਦੇ ਅੰਦਰ ਸਾਰੇ ਕਹੇ ਗਏ। ਜਿੰਨੇ ਵੀ ਰੱਬੀ ਅਵਤਾਰ ਹਨ, ਭਾਵੇਂ ਉਹ ਵਿਸ਼ਨੂੰ ਜੀ ਦੇ 24 ਅਵਤਾਰਾਂ ਦੀ ਗੱਲ ਹੈ, ਭਾਵੇਂ ਸ਼ਿਵ ਜੀ ਦੇ 11 ਅਵਤਾਰਾਂ ਦੀ ਗੱਲ ਹੈ, ਭਾਵੇਂ ਬ੍ਰਹਮਾ ਜੀ ਦੇ 7 ਅਵਤਾਰਾਂ ਦੀ ਗੱਲ ਹੈ। ਇਸ ਤੋਂ ਇਲਾਵਾ 84 ਸਿੱਧ, 9 ਨਾਥ, 6 ਜਤੀ, 52 ਵੀਰ ਇਤਿਆਦਿਕ ਜੋ ਵੀ ਇਹ ਮਹਾਨ ਪੁਰਸ਼, ਰਿਸ਼ੀ, ਮੁਨੀ, ਤਪਸਵੀ, ਪੀਰ, ਪੈਗੰਬਰ, ਔਲੀਏ, ਸੰਤ, ਭਗਤ ਸਮੁੱਚੇ ਰੂਪ ਵਿੱਚ ਹੈ। ਸਭ ਸ਼ਬਦ ਇਹਨਾਂ ਸਾਰਿਆਂ ਤੋਂ ਵੱਡਾ ਕੌਣ ਹੈ? ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹ ਗੁਰੂ ਨਾਨਕ ਦੇ ਦਰਬਾਰ ਵਿੱਚ ਆਪ ਜੀ ਬੈਠੇ ਹੈ। ਦਾਸ ਤੋਂ ਪਹਿਲਾਂ ਗਿਆਨੀ ਪ੍ਰਿਤਪਾਲ ਸਿੰਘ ਜੀ ਬੋਲ ਰਹੇ ਸੀ ਜਦੋਂ ਮੈਂ ਅਸਥਾਨ ਤੇ ਪਹੁੰਚਿਆ। ਇਸ ਨੌਜਵਾਨ ਗਿਆਨੀ ਸਿੰਘ ਦੀ ਬੜੀ ਸੁੰਦਰ ਆਵਾਜ਼ ਹੈ ਤੇ ਵਿਦਵਤਾ ਭਰਪੂਰ ਆਪਣੇ ਬਚਨ ਸੁਣਾ ਰਹੇ ਸਨ। ਉਹਨਾਂ ਤੋਂ ਬਾਅਦ ਸੰਤ ਰਣਜੀਤ ਸਿੰਘ ਜੀ ਢੀਂਗੀ ਵਾਲੇ, ਬਹੁਤ ਪ੍ਰਮਾਣ ਉਹਨਾਂ ਦੇ ਢੁਕਵੇਂ ਯਾਦ ਹਨ। ਇਤਿਹਾਸ ਵਿੱਚੋਂ, ਭਾਈ ਗੁਰਦਾਸ ਦੀ ਰਚਨਾ ਚੋਂ, ਗੁਰਬਾਣੀ ਚੋਂ ਵਿਚਾਰਾਂ ਦਾ ਇੱਕ ਗੁਲਦਸਤਾ ਪੇਸ਼ ਕਰ ਦਿੰਦੇ ਨੇ। ਸ਼ਬਦਾਂ ਦੇ ਵਿੱਚ ਉਹ ਜੋ ਬੰਨ੍ਹ ਕੇ ਸੁਣਾਉਂਦੇ ਆ, ਐਵੇਂ ਵੀ ਆਲਾ ਸੇਠ ਬੋਲੀ ਜਾਣਾ ਜਿਹੜਾ ਕੁਛ ਮੂੰਹ 'ਚ ਆ ਗਿਆ। ਇਹਨਾਂ ਦੀ ਇਹ ਬੜੀ ਇੱਕ ਖੂਬੀ ਹੈ ਇਹਨਾਂ ਦੇ ਬੋਲਣ ਤੇ। ਉਹਨਾਂ ਨੇ ਆਪ ਜੀ ਨੂੰ ਨਿਹਾਲ ਕੀਤਾ। ਗੁਰੂ ਨਾਨਕ ਦੀ ਮੱਕੇ ਦੀ ਸਾਖੀ ਸੁਣਾਈ ਹੈ। ਮੈਂ ਤੁਹਾਨੂੰ ਕੋਈ ਸਾਖੀ ਨਹੀਂ ਸੁਣਾਉਣੀ, ਮੈਂ ਕੇਵਲ ਗੁਰੂ ਸਾਹਿਬ ਜੀ ਦੇ ਅਵਤਾਰ ਦੇ ਸੰਬੰਧ ਵਿੱਚ ਹੀ ਕੁਝ ਗੱਲਾਂ ਹੀ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ, ਔਰ ਇਤਿਹਾਸਕ ਤੱਥਾਂ ਦੁਆਰਾ, ਕਲਪਨਾ ਦੇ ਆਧਾਰ 'ਤੇ ਨਹੀਂ। ਬਸ ਇੰਨੀ ਕੁ ਗੱਲ ਜ਼ਰੂਰੀ ਹੈ ਕਿ ਮੱਕੀ ਦਾ ਇਤਿਹਾਸ ਜਨਮ ਸਾਖੀ 'ਚ ਵੀ ਹੈ, ਤਵਾਰੀਖ ਵਿੱਚ ਵੀ ਹੈ, ਤੇ ਹੋਰ ਵੀ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਹੈ। ਪਰ ਜੋ ਕੁਛ ਤਾਰੀਖੇ ਅਰਬ ਵਿੱਚ ਲਿਖਿਆ ਹੋਇਆ ਹੈ, ਜੋ ਕੁਛ ਫੱਕਰ ਬਾਬਾ ਨਾਨਕ ਪੁਸਤਕ ਵਿੱਚ ਲਿਖਿਆ ਹੋਇਆ ਹੈ, ਔਰ ਉਹਦਾ ਲੇਖਕ ਨਿਸ਼ਚੇ ਨਾਲ ਕਹਿੰਦਾ ਵੀ ਮੇਰੇ ਅੱਖਾਂ ਦੇ ਸਾਹਮਣੇ ਆ ਸਾਖੀ ਹੋਈ, ਔਰ ਉਹ ਕੋ ਮੁਸਲਮਾਨ ਹੈ। ਅਰਬੀ ਦੇ ਵਿੱਚ ਇਤਿਹਾਸ ਹੈ। ਇਹ ਸਾਡੇ ਨਸੀਬਾਂ ਵਿੱਚ ਉਹ ਬੜਮੁੱਲੀ ਪੁਸਤਕ ਨਹੀਂ ਲਿਖੀ ਹੋਈ, ਜਿਸ ਕਰਕੇ ਯਤਨ ਕਰਨ ਦੇ ਬਾਵਜੂਦ ਵੀ ਮੱਕੇ ਦੀ ਲਾਇਬ੍ਰੇਰੀ ਤੱਕ ਦਾਸ ਨੇ ਪਹੁੰਚ ਕੀਤੀ ਜਿੰਨੀ ਹੋ ਸਕਦੀ ਸੀ। ਮੈਂ ਆਪਣੇ ਮਿੱਤਰ ਮੁਸਲਮਾਨ ਵੀਰ ਦੀ, ਉਹ ਅੱਜ ਸੰਸਾਰ 'ਚ ਨਹੀਂ, ਖੁਦਾ ਨੂੰ ਪਿਆਰੇ ਹੋ ਗਏ, ਮੇਰੇ ਸਾਹਮਣੇ ਮੱਕੇ ਦੇ ਵਿੱਚ ਫੋਨ ਕੀਤਾ ਉਹਨੇ, ਇਸ ਲਈ ਕਿ ਹਰੀ ਸਿੰਘ ਨੂੰ ਇਹ ਭੁਲੇਖਾ ਨਾ ਰਹੇ ਵੀ ਸ਼ਾਇਦ ਮੈਂ ਐਵੇਂ ਰਾਜਨੀਤਿਕ ਬੰਦਿਆਂ ਦੀ ਤਰ੍ਹਾਂ ਟਾਲ ਦਿੱਤਾ। ਮੱਕੇ ਦੀ ਲਾਇਬ੍ਰੇਰੀ ਦੇ ਇੰਚਾਰਜ ਨਾਲ ਗੱਲ ਕੀਤੀ ਗਈ, ਪਰ ਸਾਧ ਸਿੰਘ ਜੀ ਕੁਝ ਇਹੋ ਜਿਹੀਆਂ ਪੁਸਤਕਾਂ ਜਿਹੜੀਆਂ, ਕਿਉਂਕਿ
ਜਿਨ੍ਹਾਂ ਨੂੰ ਇਸ ਪੁਸਤਕ ਦਾ ਨੁਕਸਾਨ ਸੀ ਉਹਨਾਂ ਨੇ ਸੱਜੇ ਖੱਬੇ ਕਰ ਦਿੱਤੀ ਆ। ਪਰ ਇਹ ਸੱਜੇ ਖੱਬੇ ਕਰਨ ਤੋਂ ਪਹਿਲਾਂ ਇਹਦਾ ਉਤਾਰਾ ਕਾਫੀ ਸਾਖੀਆਂ ਦਾ ਹੋ ਚੁੱਕਾ ਹੈ, ਉਹ ਮੌਜੂਦ ਹੈ। ਉਤਾਰਾ ਕਰਨ ਵਾਲੇ ਵੀ ਮੁਸਲਮਾਨ ਵੀਰ ਹੈ। ਇਹ ਗੱਲ ਵੱਖਰੀ ਹੈ ਵੀ ਬਾਅਦ ਦੇ ਵਿੱਚ ਉਹ ਸਿੰਘ ਸਜ ਗਏ, ਅੰਮ੍ਰਿਤਧਾਰੀ ਸਿੰਘ ਸਜਿਆ। ਦੁਖਨ ਮਾਰਨ ਵੀ ਕਥਾ ਕੀਤੀ ਸੀ ਉਸਨੇ, ਪੁਰਾਣੀ ਗੱਲ ਹੈ। ਉਹ ਇੱਕ ਲੰਮੀ ਕਹਾਣੀ ਹੈ। ਮੇਰੇ ਕਹਿਣ ਤੋਂ ਬਾਅਦ ਵੀ ਮੱਕੇ ਦੀ ਬਾਤ ਉਸ ਤਾਰੀਖੇ ਅਰਬ ਦੇ ਵਿੱਚ, ਅਰਬੀ ਦੇ ਵਿੱਚ ਮੁਸਲਮਾਨ ਲੇਖਕ ਨੇ ਜੋ ਚਸ਼ਮਦੀਦ ਗਵਾਹ ਹੈ, ਉਹ ਕਹਿੰਦਾ ਵੀ ਸਾਰੀ ਘਟਨਾ ਮੇਰੇ ਸਾਹਮਣੇ ਵਾਪਰੀ ਹੈ। ਮੱਕਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਘੁੰਮਿਆ ਹੈ। ਇਹ ਫਿਰ ਹੁਣ ਆਪਣੀ ਮਰਜ਼ੀ ਹੁੰਦੀ ਹੈ ਪ੍ਰਚਾਰਕਾਂ ਦੀ, ਉਹ ਕਹਿਣ ਦਿਮਾਗ ਘੁੰਮ ਗਏ ਜਾਂ ਆਹ ਕੁਛ ਹੋ ਗਿਆ, ਫਲਾਣਾ ਕੁਛ ਹੋ ਗਿਆ। ਫਿਰ ਜਿਹੜਾ ਦਿਹੋਰਾ ਫਿਰਿਆ, ਫੇਰ ਦਿਆ ਦਿਹੋਰਾ ਨਾਮੇ ਕੋ, ਉਹਦਾ ਕੀ ਕਰੋਗੇ? ਜੇ ਨਾਮਦੇਵ ਦੇ ਵਾਸਤੇ ਮੰਦਰ ਘੁਮਾ ਸਕਦਾ ਹੈ ਭਗਵਾਨ, ਤਾਂ ਗੁਰੂ ਨਾਨਕ ਵਾਸਤੇ ਕੀ ਔਖੀ ਬਾਤ ਸੀ ਇਹ? ਤੁਸੀਂ ਗੁਰੂ ਨਾਨਕ ਦਾ ਦਰ ਦਾ ਪ੍ਰਚਾਰ ਕਰਦੇ ਹੋ ਜਾਂ ਤੁਸੀਂ ਗੁਰੂ ਨਾਨਕ ਨੂੰ ਨੀਵਾਂ ਦਿਖਾ ਰਹੇ ਹੋ? ਇਸ ਕਰਕੇ ਇਸਲਾਮ ਵਾਲੇ ਤਾਂ ਇਤਰਾਜ਼ ਕਰਨ, ਕਿਉਂਕਿ ਉਹਨਾਂ ਦਾ ਪਵਿੱਤਰ ਅਸਥਾਨ ਹੈ ਉੱਥੇ ਦਾ। ਸ਼ਾਇਦ ਉਹਨਾਂ ਲੋਕਾਂ ਨੂੰ ਹੀ ਜ਼ਿਆਦਾ ਤਕਲੀਫ ਸੀ ਕਿ ਇਹ ਪ੍ਰੂਫ ਜਦੋਂ ਸਿੱਖਾਂ ਦੇ ਸਾਹਮਣੇ ਆ ਗਿਆ, ਸਾਡੇ ਇਸਲਾਮ ਦੀ ਮਹਾਨਤਾ ਘਟਦੀ ਹੈ। ਇਹ ਮੱਕੇ ਦੀ ਸਾਖੀ ਬੜੀ ਦਿਲਚਸਪ ਹੈ। ਔਰ ਉੱਥੇ ਜੋ ਕਾਜੀ ਰੁਕਮਦੀਨ ਦੇ ਨਾਲ 360 ਸਵਾਲ ਹੁੰਦੇ ਨੇ, ਸਾਰਿਆਂ ਦਾ ਉੱਤਰ ਦਿੰਦੇ ਨੇ ਗੁਰੂ ਬਾਬਾ ਜੀ। ਇਹ ਕਹਾਣੀਆਂ ਬੜੀਆਂ ਦਿਲਚਸਪ ਨੇ। ਤੇ ਮੈਂ ਹੁਣ ਆਪਣੀ ਜੋ ਮਹਾਂਪੁਰਸ਼ਾਂ ਤੋਂ ਉਹਨਾਂ ਦੀ ਅਸੀਸ ਦਾ ਸਦਕਾ, ਦਿਮਾਗ ਮੇਰਾ ਭਾਵੇਂ ਇੰਨਾ ਨਹੀਂ ਸੀ, ਜੋ ਕੁਛ ਮੇਰੇ ਉਸ ਸਮੁੰਦਰ ਦੇ ਵਿੱਚੋਂ ਚੂਲੀ ਪਰ ਪਾਣੀ ਮੇਰੇ ਪੱਲੇ ਪਿਆ, ਕੁੱਜੀ ਦੇ ਵਿੱਚ ਪਾਣੀ ਕਿੰਨਾ ਕੁ ਆ ਸਕਦਾ ਹੈ, ਉਹ ਵੱਡੇ ਸਾਗਰ ਦੀ ਨਿਆਈ ਮਹਾਂਪੁਰਸ਼ਾਂ ਦੇ ਕੋਲੋਂ ਜੋ ਵਿਦਿਆ ਪ੍ਰਾਪਤ ਕੀਤੀ, ਜੋ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਸਕੀ। ਬੜੇ ਮਾੜੇ ਹਾਲਾਤ ਸਨ, ਪੜ੍ਹਨ ਦਾ ਢੁਕਵਾਂ ਮਾਹੌਲ ਹੀ ਨਹੀਂ ਸੀ ਮੇਰੇ ਵਾਸਤੇ। ਫਿਰ ਵੀ ਗੁਰੂ ਨੇ ਮੈਨੂੰ ਆਪਣੇ ਦਰ ਘਰ ਦਾ ਕੂਕਰ ਬਣਾ ਲਿਆ। ਮੈਨੂੰ ਤਾਂ ਇਤਨੀ ਗੱਲ ਦਾ ਹੀ ਮਾਣ ਬਹੁਤ ਹੈ ਕਿ ਹਮ ਕੂਕਰ ਤੇਰਾ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਸਭ ਕੁਛ ਇਹਦੇ ਵਿੱਚ ਹੈ। ਇਹ ਮੇਰਾ ਆਪਣਾ ਜੀਵਨ ਹੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨੋ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਧਿਆਨ ਦਿਓ ਕਿ ਗੁਰਪੁਰਬ ਗੁਰੂ ਨਾਨਕ ਸਾਹਿਬ ਜੀ ਦਾ, ਗੁਰ ਤੇ ਪੁਰਬ ਦੋ ਪਦ ਵੱਖਰੇ ਵੱਖਰੇ ਨੇ। ਇੱਕ ਗੁਰ ਹੈ, ਦੂਜਾ ਪੁਰਬ ਹੈ। ਗੁਰ ਸ਼ਬਦ ਦੀ ਪਰਿਭਾਸ਼ਾ ਅਲੱਗ ਹੈ, ਪੁਰਬ ਦੀ ਪਰਿਭਾਸ਼ਾ ਅਲੱਗ ਹੈ। ਗੁਰਪੁਰਬ ਮਨਾ ਰਹੇ ਹੋ, ਕਮ ਸੇ ਕਮ ਕਿਸੇ ਵੀ ਸ਼ਬਦ ਦਾ, ਕਿਸੇ ਪਦ ਦਾ ਅਰਥ ਪੱਲੇ ਰਹਿ ਜਾਏ। ਕੁਛ ਇਸ ਵਾਰ ਮਿਲ ਗਿਆ, ਕੁਛ ਅਗਲੀ ਵਾਰ ਮਿਲੇ, ਕੁਛ ਉਦੋਂ ਅਗਲੀ ਵਾਰ ਮਿਲੇ। ਇੱਕ ਇੱਕ ਬੂੰਦ ਦੇ ਨਾਲ ਸਰੋਵਰ ਭਰ ਜਾਂਦੇ ਹੈ। ਸੁਣ ਸੁਣ ਅੰਧੇ ਪਾਵੇ ਰਾਹੋ, ਬਹੁਤ ਕੁਛ ਮਿਲ ਜਾਂਦਾ ਹੈ। ਗੁਰ ਸ਼ਬਦ ਜਿਹੜਾ ਹੈ ਇਹ ਗਰੀ ਧਾਤੂ ਤੋਂ ਹੈ। ਸੰਸਕ੍ਰਿਤ ਦੀਆਂ ਬੜੀਆਂ ਧਾਤੂਆਂ ਨੇ, ਉਹਦੇ ਚੋਂ ਗਰੀ ਨਾਮ ਦੀ ਇੱਕ ਧਾਤੂ ਹੈ ਜਿਸ ਤੋਂ ਸ਼ਬਦ ਬਣਿਆ ਗੁਰ। ਗਰੀ ਧਾਤੂ ਦਾ ਅਰਥ ਹੈ ਨਿਗਲ ਜਾਣਾ। ਦੂਸਰਾ ਹੈ ਖਾ ਜਾਣਾ, ਅਭਾਵ ਕਰ ਦੇਣਾ, ਕਿਸੇ ਚੀਜ਼ ਨੂੰ ਸਾਰੀ ਨੂੰ ਨਿਗਲ ਜਾਣਾ। ਇਹ ਗਰੀ ਧਾਤੂ ਦੇ ਅਰਥ ਨੇ ਜੀ। ਦੂਸਰਾ ਹੈ ਸਮਝਾਉਣ ਦੀ ਕਿਰਿਆ, ਦੇ ਦੇਣ ਦੀ ਕਿਰਿਆ। ਜਦੋਂ ਗਰੀ ਧਾਤੂ ਤੋਂ ਬਦਲ ਕੇ ਗੁਰ ਸ਼ਬਦ ਬਣਿਆ ਹੈ, ਉਹ ਆਪਣੇ ਅਰਥਾਂ ਨੂੰ ਨਾਲ ਲੈ ਕੇ ਆਇਆ ਹੈ। ਜਿਵੇਂ ਗੁਰ ਤੇ ਪੁਰਬ ਨੂੰ ਅਲੱਗ-ਅਲੱਗ ਕੀਤਾ ਹੈ, ਤੇ ਗੱਗੇ ਅਰ ਰਾਰੇ ਨੂੰ ਵੀ ਅਲੱਗ-ਅਲੱਗ ਕਰਨਾ ਪਏਗਾ। ਕਿਸੇ ਵੀ ਪਦ ਦੇ ਅਰਥ ਕਰਨੇ ਹੋਣ ਤਾਂ ਵਿਧਾਨ ਕਹਿੰਦਾ ਹੈ
पदेह सदा पदार्थ कद विग्रह वाकई योजना अख प्यो तो समाधान खट बिनो व्याख्यान सिमरतों अखेप्यो तो समाधान खट बिखों व्याख्यान सिमरतों। सिमरती का विधान कहता है जिस शब्द के अर्थ करने नूं पदछेद करो। जिथे गुर ते पुरब नूं पदछेद किया उत्थे गग्गे ते रारे नूं पदछेद करांगे। गग्गे का अर्थ है गो, गो का अर्थ है अंधकार, अंधकार का अर्थ है अंधेरा, ते रो का अर्थ है प्रकाश, चानना। गुरु कौन है? जो सिख दे हिरदे दे विच अज्ञानता का अंधेरा छाया होया है उसनूं रूप प्रकाश कर देवे, उसनूं कहंदे ने गुरु। गरी धाती दे यही अर्थ। और सिख दे हिरदे दे अज्ञानता नूं निगल जाए, अभाव कर देवे। किवें? जिवें सूरज जदों चढ़दा है, दोने क्रियावां हो रहीआं न। सूरज देंदा है अपनियां किरणां, चानना देंदा है संसार नूं, और खा जांदा है राती दे अंधेरे नूं। इसे करके भाई गुरदास ने ढुकमा प्रमाण दिता है, सतगुर नानक प्रगटिया मिट्टी धुंध जग चानण होआ। मिट्टी धुंध जग चानण होया ज्यों कर सूरज निकलिया। उत्थे प्रमाण सूरज का ढुकमा प्रमाण है गुरु दे नाल। ते पुरब का अर्थ है उत्सव। गुरु दे नाल संबंधित वो दिहाड़ा जिहदे च उत्सव, खुशियां, खेड़े सिखां दे वास्ते अजिहा दिहाड़ा जिहड़ा है, और जिहड़ा पुन पैदा करने वाला होवे। कला यही नहीं भी कलियां खुशियां होण, खुशियां तो ब्याह च भी होंदियां लोकां नूं, ब्याह च पुन नहीं वधदे। पुरब जिहड़ा ये पुन्नां दे विच वाधा करदा है, ते किन्ने पुन्नां च वाधा हो जांदा इहदा तां कोई अंदाज़ा नहीं। पर भाई गुरदास कहंदे ने तीर्थ पुरब संजोग विच गुरपुरबी 10 पुरबी गुरपुरब ना पाया। 68 तीर्थां दे इशनान दा महात्म एक पासे विचार रूप तकड़ी दे पलड़े विच पा लो, दूजे पासे गुरपुरब का महात्म पा लो, ते फिर 10 पुरबां का महात्म, 68 तीर्थां का महात्म। जदों तकड़ी नूं तुलाधार जो तोलिया जाएगा तां गुरपुरब मनाउण वाले गुरसिखां का पलड़ा भारी रहेगा, हल्का नहीं। दूजा हल्का पै जाएगा। तीर्थ पुरब संजोग विच 10 पुरबी गुरपुरब ना पाया। इस करके ये है महात्म। 68 तीर्थां का महात्म तुहानूं बैठिया बिठाया मिल रहा है। 68 तीर्थां ते जाना होवे किन्ने खर्च की लोड़ है, खेचल की लोड़ है, की कर रहे हो? बैठे ही आराम नाल। तीर्थ चल के तुहाडे कोल महात्मा तुहाडे कोल आ रहा, क्योंकि गुरु नानक का गुरपुरब मना रहे हो। 10 पुरब जेठ समासे शुक्ला पखे 10वीं थिते हथ न करते है दुध बुधवार गुर कारण बीती पार कन्या का चंद्रा बिरका सूझे हिंदू मत दे पुरब हैं। इन्हां दी पादियां वाली गिणती च आपां नूं कुछ बहुता कुछ लभण नूं है नहीं। 10 पुरब ने पुन पैदा करने वाले, ये 10 पुरब ने। इन्हां दी भी 2 पद्धतियां ने। कृष्ण जन्माष्टमी, रामनवमी, चौदस, अमावस, संग्रांत इत्यादि ये 2 पद्धतियां दे नाल ये 10 पुरब गिणे जाते हैं। पर गुरु साहब ने इको पंक्ति कह दिता 10 पुरब सदा दसारा। इत्थे 10 पुरबां की इकत्रता हर रोज़ उत्थे हुंदी है जिथे गुरु नानक की संगत जुड़दी है। ये तो है कुछ महात्म्य। तो गुरु नानक साहब महाराज दे गुरपुरब दियां पहलों तो आप सारिया संगतां नूं, महापुरुषां नूं, इन्हां दे सारे पैरोकारां नूं, सारे जथे नूं ते सुणन वालियां संगतां नूं दास दे हिरदे तो लख लख बधाई होवे जो गुरु नानक दा गुरपुरब मना रहे हो। हुण आओ 3 पक्षां तो आपां गल समझ रही है। गुरु नानक दे नानके, गुरु नानक दे दादके, गुरु नानक दी नगरी। ये 3 पक्षां दे इतिहासक तत्थां द्वारा आपां समझ लईए तो समझ लो गुरपुरब मनाउणा सफल हो जाएगा। ये तिन्ने ही अपने अपने थां ते बड़ी महानता रखते हैं।
ਗੁਰੂ ਨਾਨਕ ਦਾ ਬਜ਼ੁਰਗਾਂ ਦਾ ਜਿਹੜਾ ਖਾਨਦਾਨ ਹੈ, ਬੇਦੀ ਵੰਸ਼, ਬੜਾ ਲੰਮਾ ਇਤਿਹਾਸ ਹੈ। ਤ੍ਰੇਤੇ ਯੁੱਗ ਤੋਂ ਸ਼ੁਰੂ ਹੁੰਦਾ ਹੈ, ਦੁਆਪਰ ਤੱਕ ਪਹੁੰਚਿਆ ਹੈ। ਦੁਆਪਰ ਦੇ ਇਸ ਵੰਸ਼ ਦੇ ਕਿਹੜੇ ਕਿਹੜੇ ਰਾਜੇ ਹੋਏ, ਨਰੋਤਮ ਵਰਗੇ, ਭੋਜ ਵਰਗੇ, ਅੱਗੇ ਚੱਲ ਕੇ ਜਿਸ ਪ੍ਰਕਾਰ ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਵਿੱਚੋਂ ਆਪਾਂ ਮੁੱਖ ਦੀ ਗੱਲ ਵੀ ਲੰਮੀ ਲਿਸਟ ਸਾਰੀ ਛੱਡ ਦਈਏ ਤਾਂ ਗੁਰੂ ਨਾਨਕ ਦੇ ਪੜਦਾਦੇ ਤੋਂ ਸ਼ੁਰੂ ਕਰ ਲਈਏ ਤੇ ਕਾਫੀ ਲੰਮੀ ਹੈ ਲਿਸਟ ਵੀ ਪੜਦਾਦੇ ਦੀ। ਗੁਰੂ ਨਾਨਕ ਦਾ ਪੜਦਾਦਾ ਕੌਣ ਸੀ? ਗੁਰੂ ਨਾਨਕ ਦੇ ਪੜਦਾਦੇ ਦਾ ਨਾਮ ਹੈ ਰਾਮ ਨਾਰਾਇਣ। ਪਾਕਿਸਤਾਨ ਦੇ ਵਿੱਚ ਉਹ ਨਗਰ ਹੈ ਗੋਡੇ ਪਿੰਡ। ਤੇ ਹੁਣ ਪੰਜਾਬ ਦੀ ਧਰਤੀ ਦੇ ਵਿੱਚ ਵੀ ਕੁਝ ਸਮੇਂ ਤੋਂ ਕੁਝ ਲੇਖਕਾਂ ਨੇ ਸਾਬਤ ਕੀਤਾ ਜੀ ਇਹ ਨਗਰ ਤਾਂ ਜੱਦੀ ਪਿੰਡ ਇੱਥੇ ਹੀ ਹੈ। ਮੇਰਾ ਕੋਈ ਵਿਰੋਧ ਨਹੀਂ, ਪਰ ਮੈਂ ਜੋ ਤਵਾਰੀਖ 'ਚ ਪੜ੍ਹਿਆ ਮੈਂ ਉਹਦੇ ਹਵਾਲੇ ਅਨੁਸਾਰ ਚੱਲ ਰਿਹਾ। ਗੋਡੇ ਪਿੰਡ ਦੇ ਵਿੱਚ ਰਹਿਣ ਵਾਲੇ ਬੇਦੀ ਵੰਸ਼ ਬਾਬਾ ਰਾਮ ਨਾਰਾਇਣ ਜੀ, ਉਹਨਾਂ ਦੇ ਘਰ ਬੇਟਾ ਪੈਦਾ ਹੁੰਦਾ ਹੈ। ਉਹਦਾ ਨਾਮ ਰੱਖਿਆ ਸ਼ਿਵਰਾਮ, ਬਾਬੇ ਰਾਮ ਨਾਰਾਇਣ ਜੀ ਦਾ ਪੁੱਤਰ। ਜਿਹੜਾ ਬਾਬਾ ਰਾਮ ਨਾਰਾਇਣ ਹੈ, ਇਸ ਨੂੰ ਗੁਰੂ ਨਾਨਕ ਨੇ ਆਪਣਾ ਪੜਦਾਦਾ ਹੋਣ ਦਾ ਮਾਣ ਦੇਣਾ ਹੈ। ਜਿਹੜਾ ਉਹਨਾਂ ਦੇ ਬੇਟਾ ਜੰਮਿਆ ਹੋਇਆ ਸ਼ਿਵਰਾਮ, ਇਹ ਗੁਰੂ ਨਾਨਕ ਦੇ ਦਾਦਾ ਹੋਣ ਦਾ ਮਾਣ ਪ੍ਰਾਪਤ ਕਰੇਗਾ। ਅੱਜ ਬੱਚੇ ਰੂਪ 'ਚ ਜਨਮਿਆ। ਬਾਬੇ ਰਾਮ ਨਾਰਾਇਣ ਦਾ ਪੁੱਤਰ ਵੱਡਾ ਹੋਇਆ, ਨੌਜਵਾਨ ਹੋ ਗਿਆ। ਉਹਦੀ ਸ਼ਾਦੀ ਚੰਗੇ ਘਰਾਣੇ ਦੀ ਲੜਕੀ ਪ੍ਰਾਪਤ ਹੋ ਗਈ। ਬਾਬਾ ਰਾਮ ਨਾਰਾਇਣ ਜੀ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਕਾਮਯਾਬ ਹੋ ਗਏ, ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਗਏ। ਪੁੱਤਰ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ, ਪੜ੍ਹਾ ਲਿਖਾ ਦਿੱਤਾ, ਪੈਰਾਂ 'ਤੇ ਖੜਾ ਕਰ ਦਿੱਤਾ। ਬਾਬਾ ਸ਼ਿਵਰਾਮ ਜੀ ਦੇ ਘਰ ਜਿਹੜੀ ਉਹਨਾਂ ਦੀ ਧਰਮ ਸਪਤਨੀ ਆਈ, ਉਹਦਾ ਨਾਮ ਬਨਾਰਸੀ ਹੈ, ਜਿਸ ਨੂੰ ਗੁਰੂ ਨਾਨਕ ਦੀ ਦਾਦੀ ਹੋਣ ਦਾ ਮਾਣ ਪ੍ਰਾਪਤ ਹੋਣਾ ਹੈ। ਅੱਜ ਇਸ ਘਰ ਦੀ ਬਹੂ ਬਣ ਕੇ ਆਈ ਹੈ। ਤੇ ਗੁਰੂ ਨਾਨਕ ਦੇ ਪੜਦਾਦੇ ਤੋਂ ਦਾਦੇ ਤੱਕ ਮੈਂ ਇਤਿਹਾਸ ਕਹਿ ਕੇ ਇੱਥੇ ਇਸ ਨੂੰ ਥੋੜ੍ਹਾ ਜਿਹਾ ਵਿਸਰਾਮ ਦਿਆਂਗਾ, ਇੱਥੇ ਰੋਕਣਾ ਹੋਏਗਾ। ਉਹਨਾਂ ਸਮਿਆਂ ਦੇ ਅੰਦਰ ਦਿੱਲੀ ਦੇ ਤਖਤ ਨੇ ਇੱਕ ਫੈਸਲਾ ਕੀਤਾ ਕਿ ਲਾਲਚ ਦੇ ਵਸ ਇਹਨਾਂ ਦਾ ਧਰਮ ਪਰਿਵਰਤਨ ਕਰੋ। ਜਿਵੇਂ ਹੁਣ ਵੀ ਗਿਆਨੀ ਜੀ ਹੋਰੀ ਦੱਸ ਰਹੇ ਸੀ, ਕੁਝ ਲੋਕ ਲੱਗੇ ਹੋਏ ਹੈ ਧਰਮ ਪਰਿਵਰਤਨ ਕਰਨ। ਤੁਹਾਡੇ ਬੱਚਿਆਂ ਨੂੰ ਵਿੱਦਿਆ ਦੇਣ ਦੇ ਬਹਾਨੇ ਉਹਨਾਂ ਨੇ ਆਪਣੇ ਧਰਮ ਦੇ ਤੁਹਾਡੇ ਬੱਚਿਆਂ ਨੂੰ ਪੱਕਾ ਕਰਨਾ ਹੈ। ਵਰਨਾ ਜੇ ਇਸ ਆਦਤ ਤੋਂ ਸਾਡੇ ਪੰਜਾਬੀ ਲੋਕ ਨਾ ਹਟੇ ਤਾਂ ਫਿਰ ਤੁਹਾਡੇ ਬੱਚੇ ਇਸ ਧਰਮ ਦੇ ਨਹੀਂ ਰਹਿਣਗੇ, ਕਿਸੇ ਹੋਰ ਗੈਰ ਧਰਮ ਦੇ ਵਿੱਚ ਸ਼ਾਮਲ ਹੋ ਜਾਣਗੇ। ਇਸ ਤੋਂ ਬਿਹਤਰ ਹੈ ਤੁਸੀਂ ਆਪਣੇ ਸਿੱਖਾਂ ਦੇ ਸਕੂਲਾਂ ਦੇ ਹੀ ਪੜ੍ਹਾਓ ਆਪਣੇ ਬੱਚਿਆਂ ਨੂੰ, ਜਿੱਥੇ ਗੁਰਬਾਣੀ ਵੀ ਸਿੱਖਣ, ਗੁਰਮਤਿ ਦੇ ਵਿੱਚ ਵੀ ਰਹਿਣ। ਨਹੀਂ ਪੱਲੇ ਕੱਖ ਨਹੀਂ ਰਹੇਗਾ, ਬੱਚੇ ਹੱਥੋਂ ਨਿਕਲ ਜਾਣਗੇ। ਜਿਹੜੇ ਧਰਮ ਦੇ ਅੰਦਰ ਬੱਚੇ ਨੂੰ ਇਹ ਸਿਖਲਾਈ ਹੈ ਕਿ 18 ਸਾਲ ਤੋਂ ਬਾਅਦ ਚਾਹੇ ਬੱਚੀ ਹੈ ਚਾਹੇ ਬੱਚਾ, ਉਹਦੀ ਆਪਣੀ ਜ਼ਿੰਦਗੀ ਹੈ, ਉਹਨਾਂ ਦੇ ਮਾਂ-ਬਾਪ ਰੁਲ ਰਹੇ ਨੇ, ਤੇ ਫਿਰ ਤੁਹਾਡੀ ਸੰਤਾਨ ਵੀ ਤੁਹਾਨੂੰ ਰੋਲ ਦੇਗੀ। ਤੇ ਨਹੀਂ ਤਾਂ ਫਿਰ ਗੁਰਮਤਿ ਵਿੱਚ ਆਪਣੇ ਬੱਚਿਆਂ ਨੂੰ ਰੱਖਣ ਦੀ ਥੋੜ੍ਹੀ ਜਿਹੀ ਹਿੰਮਤ ਕਰੋ। ਧਰਮ ਪਰਿਵਰਤਨ ਕਰਨ ਦੇ ਵਾਸਤੇ ਉਹਨਾਂ ਨੇ ਲਾਲਚ ਦੇਣਾ ਸ਼ੁਰੂ ਕੀਤਾ। ਤਵਾਰੀਖ ਦੇ ਹਵਾਲੇ ਅਨੁਸਾਰ ਦਿੱਲੀ ਦਾ ਤਖਤ ਕਾਮਯਾਬ ਹੋ ਗਿਆ ਇਸ ਗੱਲ ਵਿੱਚ। ਥਾਂ ਥਾਂ ਤੇ ਉਹਨਾਂ ਨੇ ਉਹ ਬੰਦਾ ਫੜਨਾ ਹੈ ਜਿਹਦੇ 'ਚ ਹਜ਼ਾਰਾਂ ਬੰਦੇ ਆਪਣੇ ਆਪ ਕਾਬੂ ਆ ਜਾਣ। ਇੱਕ ਫੜਨਾ, ਹਜ਼ਾਰਾਂ ਆਪਣੇ ਆਪ ਕਾਬੂ ਆ ਜਾਣ। ਇਸੇ ਪ੍ਰਕਾਰ ਇੱਕ ਬੜਾ ਉੱਚਾ ਖਾਨਦਾਨ ਭੋਏ ਨਾਮ ਦਾ ਜ਼ਿਮੀਂਦਾਰ ਹੋਇਆ ਉਸ ਇਲਾਕੇ। ਇਹ ਵੀ ਪਾਕਿਸਤਾਨ 'ਚ ਰਹਿ ਗਈ ਜਗ੍ਹਾ। ਰਾਜਪੂਤ ਖਾਨਦਾਨ ਸੰਬੰਧ ਹੈ ਇਹ ਜ਼ਿਮੀਂਦਾਰ। ਭੱਟੀਆਂ ਦੀ ਪਿੰਡੀ ਦੇ ਵਿੱਚ ਰਹਿਣ ਵਾਲਾ ਇਹ ਭੋਏ ਨਾਮ ਦਾ ਜ਼ਿਮੀਂਦਾਰ ਹੈ। ਸਰਕਾਰ ਦੀ ਅੱਖ ਇਹਦੇ 'ਤੇ ਆ ਗਈ। ਇਹਦੇ ਨਾਲ ਮੀਟਿੰਗਾਂ ਹੋਈਆਂ। ਮੁਲਾਕਾਤਾਂ ਤੋਂ ਬਾਅਦ ਇਹਨੂੰ ਦੱਸਿਆ ਗਿਆ ਵੀ ਤੈਨੂੰ 10 ਪਿੰਡਾਂ ਦਾ ਰਾਜ ਦਿਆਂਗੇ ਅਸੀਂ,
ਪਿੰਡਾਂ ਦਾ ਰਾਜ ਤਾਂ 5 ਦਾ ਬਹੁਤ ਹੁੰਦਾ। ਭਗਵਾਨ ਕ੍ਰਿਸ਼ਨ 5 ਪਿੰਡਾਂ ਦਾ ਰਾਜ ਕਹਿੰਦੇ ਸੀ, ਦੁਰਯੋਧਨ ਵੀ ਦੇ ਆਪਣੇ ਭਰਾਵਾਂ ਨੂੰ। 10 ਪਿੰਡਾਂ ਦਾ ਰਾਜ, ਔਰ ਦਿੱਲੀ ਦੇ ਤਖਤ ਵੱਲੋਂ ਇੱਕ ਖਿਤਾਬ ਮਿਲੇਗਾ ਰਾਏ ਦਾ। ਉਹਦਾ ਮਨ ਲਵਾਹਿਮਾਨ ਹੋ ਗਿਆ। ਉਸਨੇ 1471 ਵਿਕਰਮੀ ਸੰਮਤ ਵਿੱਚ ਆਪਣਾ ਧਰਮ ਪਰਿਵਰਤਨ ਕਰ ਲਿਆ। ਉਹ ਮੁਸਲਮਾਨ ਬਣ ਗਿਆ, ਉਹਨੇ ਸੁਨਨਤ ਕਰਾ ਲਈ, ਉਹਨੇ ਕਲਮਾ ਪੜ੍ਹ ਲਿਆ, ਉਹ ਇਸਲਾਮ ਵਿੱਚ ਸ਼ਾਮਲ ਹੋ ਗਿਆ। ਉਹਦੇ ਨਾਲ ਹਜ਼ਾਰਾਂ ਲੋਕ ਹੋਰ ਵੀ ਸ਼ਾਮਲ ਹੋ ਗਏ। ਇਹਨੂੰ 10 ਪਿੰਡਾਂ ਦਾ ਪੱਟਾ ਸਰਕਾਰ ਨੇ ਲਿਖ ਕੇ ਦੇ ਦਿੱਤਾ। ਮੁਸਲਮਾਨ ਬਣਨ ਦੇ ਕਾਰਨ ਇਸ ਨੂੰ ਮੈਕੀ ਪਦਾਰਥ ਮਿਲ ਗਏ, ਇਹਨੂੰ ਕਿ ਖਿਤਾਬ ਮਿਲ ਗਿਆ ਰਾਏ ਦਾ। ਇਸ ਨੇ 10 ਪਿੰਡਾਂ ਦਾ ਆਪਣੀ ਨਿਸ਼ਾਨਦੇਹੀ ਸਰਕਾਰ ਦੇ ਕੋਲੋਂ ਲੈਂਦਿਆਂ ਕਰਦਿਆਂ ਇਹਨੂੰ ਕੁਝ ਸਾਲ ਲੰਘ ਗਏ। 15 ਸਾਲ ਦੇ ਵਿੱਚ ਇਹਨੇ ਸਾਰੀ ਨਿਸ਼ਾਨਦੇਹੀ ਲੈ ਕੇ ਆਪਣਾ ਕੰਮ ਮੁਕੰਮਲ ਕਰ ਲਿਆ। 1485 ਵਿੱਚ ਇਸ ਨੇ ਆਪਣੀ ਅਕਲ ਦੇ ਅਨੁਸਾਰ ਕਿ 10 ਪਿੰਡਾਂ ਦਾ ਸੈਂਟਰ ਕਿੱਥੇ ਬਣਦਾ ਹੈ, ਜਿੱਥੋਂ 10 ਪਿੰਡਾਂ ਦਾ ਮਾਮਲਾ ਕਰਾਉਣ ਵਾਸਤੇ ਦੂਰੀ ਨਾ ਕੋਈ ਜ਼ਿਆਦਾ ਹੋਵੇ, ਉਹਨੇ ਆਪਣੀ ਉਸ ਜਗ੍ਹਾ ਦੇ ਵਿੱਚ ਰੜੇ ਮੈਦਾਨ ਇੱਕ ਖੁੱਲ੍ਹੀ ਜਗ੍ਹਾ ਦੇਖ ਕੇ ਉਹਨੇ ਕਿਹਾ ਇੱਥੇ ਇੱਕ ਨਵਾਂ ਪਿੰਡ ਵਸਾਇਆ ਜਾਏ। ਉਹਨੇ 1485 ਵਿਕਰਮੀ ਸੰਮਤ ਇੱਕ ਨਵੇਂ ਪਿੰਡ ਦਾ ਨਿਰਮਾਣ ਕੀਤਾ। ਉਸ ਪਿੰਡ ਦਾ ਨਾਂ ਉਸ ਨੇ ਰੱਖਿਆ ਤਲਵੰਡੀ। ਪਰ ਤਲਵੰਡੀ ਦੇ ਨਾਲ 2 ਆਪਣੇ ਜਿਹੜੇ ਖਿਤਾਬ ਵਾਲਾ ਤੇ ਜਿਹੜਾ ਉਹਦਾ ਜਨਮ ਦਾ ਨਾਂ ਸੀ, ਭੋਏ ਇਹਦਾ ਨਾਂ ਸੀ, ਰਾਏ ਇਹਦਾ ਖਿਤਾਬ ਸੀ, ਪਿੰਡ ਦਾ ਨਾਮ ਰੱਖਿਆ ਤਲਵੰਡੀ। ਤੇ ਇਹ ਨਗਰ ਵਸਿਆ ਇਸ ਤਰੀਕੇ ਦੇ ਨਾਲ, ਰਾਏ ਭੋਏ ਦੀ ਤਲਵੰਡੀ। ਇਹ ਬਣਿਆ ਉਹ ਨਗਰ ਜਿੱਥੇ ਗੁਰੂ ਨਾਨਕ ਨੇ ਅਵਤਾਰ ਧਾਰਨਾ ਹੈ। ਉਹ ਤਾਂ ਸੀ ਨਾ ਬੇਦੀਆਂ ਦਾ ਖਾਨਦਾਨ। ਇਹ ਹੈ ਨਗਰ ਦੀ ਬਾਤ। ਤਨ ਸੋ ਗਾਉਂ ਤਨ ਸੋ ਠਾਉ, ਤਨ ਪਵੀਤ ਕੁਟੰਬ ਸਭ ਲੋਏ। ਧਨ ਪੁਨੀਤ ਕੁਟੰਬ ਸਭ ਲੋਏ। ਉਹ ਪਰਿਵਾਰ ਦੇ ਜੀਅ ਵੀ ਧਨ, ਜਿਨ੍ਹਾਂ ਜਿਨ੍ਹਾਂ ਦਾ ਰਿਸ਼ਤਾ ਜੁੜਿਆ। ਉਹ ਗਾਉਂ ਪਿੰਡ ਵੀ ਧਨਤਾ ਦੇ ਯੋਗ ਹੈ, ਜਿੱਥੇ ਅਵਤਾਰ ਹੋਇਆ ਗੁਰੂ ਨਾਨਕ ਦਾ। ਇਸ ਕਰਕੇ ਇਹ ਸੀ ਪਿੰਡ ਦਾ ਕੁਝ ਇਤਿਹਾਸ। ਹੁਣ ਇਸ ਤੋਂ ਅੱਗੇ ਇਤਿਹਾਸ ਚੱਲਦਾ ਹੈ। ਮੁੜ ਕੇ ਫਿਰ ਧਿਆਨ ਦਿਓ, ਬਾਬਾ ਰਾਮ ਨਾਰਾਇਣ ਜੀ ਦੇ ਪੁੱਤਰ ਸ਼ਿਵ ਰਾਮ ਜੀ ਜੋ ਸ਼ਾਦੀशुदा ਹੋ ਗਏ, ਬਾਬਾ ਰਾਮ ਨਾਰਾਇਣ ਜੀ ਸੰਸਾਰ ਤੋਂ ਵਿਦਾ ਹੋ ਗਏ। ਇਹ ਸੰਸਾਰ ਹੈ। ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆਂ ਦੀ ਨਹੀਂ ਤੂੰ ਜਣਿਆ ਹੋਏ। ਸਭ ਨੇ ਜਾਣਾ ਹੈ, ਇਹ ਤਾਂ ਸੁਪਨੇ ਦੀ ਖੇਡ ਹੈ, ਤੁਹਾਡੀ ਸਾਡੀ ਸਭ ਦੀ। ਪਹਿਲੇ ਚਲੇ ਗਏ, ਹੁਣ ਜਾ ਰਹੇ ਨੇ, ਰਹਿੰਦੇ ਨੇ ਜਿਹੜੇ ਉਹ ਵੀ ਜਾਣਗੇ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਪੁੰਨ ਜਾਏ। ਉਸ ਵੇਲੇ ਫਿਰ ਰਾਏ ਭੋਏ ਜਿਹੜਾ ਸੀ, ਇਹ ਰਾਏ ਜੀ ਆ ਕੇ ਬੇਦੀਆਂ ਦੇ ਖਾਨਦਾਨ ਕੋਲ ਇੱਕ ਇੱਛਾ ਜ਼ਾਹਰ ਕਰਦਾ ਹੈ। ਉਹਨੇ ਕਿਹਾ, ਬੇਦੀ ਸਾਹਿਬ, ਹੇ ਬਾਬਾ ਸ਼ਿਵ ਰਾਮ ਜੀ, ਮੈਂ ਆਪਣੀ ਲੋੜ ਵਾਸਤੇ ਤੇਰੇ ਕੋਲ ਚੱਲ ਕੇ ਆਇਆ। ਮੈਨੂੰ ਇੱਕ ਇਮਾਨਦਾਰ ਬੰਦਾ ਚਾਹੀਦਾ ਹੈ, ਪੜ੍ਹਿਆ ਲਿਖਿਆ ਵੀ ਹੋਵੇ ਤੇ ਇਮਾਨਦਾਰ ਵੀ ਹੋਵੇ। ਬਹੁਤ ਸਾਰੇ ਪੜ੍ਹੇ ਲਿਖੇ ਹੁੰਦੇ ਆ ਪਰ ਇਮਾਨਦਾਰ ਨਹੀਂ ਹੁੰਦੇ। ਬਹੁਤ ਸਾਰੇ ਇਮਾਨਦਾਰ ਹੁੰਦੇ ਨੇ ਪਰ ਪੜ੍ਹੇ ਲਿਖੇ ਨਹੀਂ ਹੁੰਦੇ। ਇਹ ਦੋਨੇ ਗੱਲਾਂ ਬੇਦੀ ਖਾਨਦਾਨ ਦੇ ਵਿੱਚ ਭਰਪੂਰ ਸਨ, ਕੁੱਟ-ਕੁੱਟ ਕੇ ਭਰੀਆਂ ਹੋਈਆਂ ਸਨ, ਇਮਾਨਦਾਰੀ ਵੀ ਔਰ ਪੜ੍ਹਾਈ ਲਿਖਾਈ। ਮੈਂ 10 ਪਿੰਡਾਂ ਦਾ ਤੁਹਾਨੂੰ ਪਟਵਾਰੀ ਲਾਉਣਾ ਚਾਹੁੰਦਾ। ਪਟਵਾਰੀ ਅੱਜ ਕੱਲ੍ਹ ਕੇ ਪਟਵਾਰੀ ਵਰਗੀ ਇਹ ਅਹੁਦਾ ਨਾ ਸਮਝਣਾ। ਉਸ ਵੇਲੇ ਅੱਜ ਦੇ DC ਦੇ ਕੋਲ ਜੋ ਅਧਿਕਾਰ ਨੇ, ਐਡਾ ਵੱਡਾ ਪਟਵਾਰੀ ਦੇ ਕੋਲ ਅਧਿਕਾਰ ਹੁੰਦੇ ਸੀ। ਹਿਮਾਚਲ ਦੇ ਵਿੱਚ ਅੱਜ ਵੀ ਪਟਵਾਰੀ ਦੇ ਅਧਿਕਾਰ ਜਾ ਕੇ ਦੇਖੋ, ਉੱਥੇ ਕਿੰਨੇ। ਭਾਵੇਂ ਡਿਪਟੀ ਕਮਿਸ਼ਨਰ ਜਿੰਨੇ ਨਹੀਂ, ਪਰ ਫਿਰ ਵੀ ਬਹੁਤ ਅਧਿਕਾਰ ਵੇਖਿਆ ਗਿਆ। ਉਹਨੇ ਕਿਹਾ, ਸ਼ਿਵ ਰਾਮ ਜੀ, ਮੈਨੂੰ ਪਤਾ ਵੀ ਤੁਸੀਂ ਮੇਰੇ ਨਾਲ ਨਾਰਾਜ਼ ਹੋ। ਮੈਨੂੰ ਇਹ ਵੀ ਪਤਾ ਵੀ ਤੁਸੀਂ ਕਿਉਂ ਨਾਰਾਜ਼ ਹੋ, ਕਿਉਂਕਿ ਮੈਂ ਧਰਮ ਪਰਿਵਰਤਨ ਕਰ ਲਿਆ ਹੈ। ਮੈਂ ਮੁਸਲਮਾਨ ਬਣ ਗਿਆ ਹਾਂ, ਮੈਂ ਲਾਲਚੀ ਹਾਂ, ਮੈਂ ਈਮਾਨ ਤੋਂ ਡਿੱਗ ਗਿਆ ਹਾਂ। ਜੋ ਕੁਛ ਤੁਸੀਂ ਕਹਿਣਾ ਮੈਂ ਆਪ ਹੀ ਕਹਿ ਲੈਣਾ। ਇਹ ਸਭ ਕੁਝ ਸੱਚ ਹੈ, ਪਰ ਇਹਦੇ ਨਾਲ ਇੱਕ ਸੱਚ ਹੋਰ ਵੀ ਤਾਂ ਹੈ।
शिवराम जी कहते वो किहड़ा सच है? कहते वो सच है भी अपने दोनों खानदाना की पुश्त दर पुश्त मिलवर्तन चलिया आ रहा है। मैं धर्म बदलिया, खानदान का प्यार नहीं बदलिया। मैं मेरे हिरदे के अंदर उही प्यार है तुहाडे लई। मैं गुजारिश करदा हाँ, मेरी लोड़ पूरी करने वास्ते मेरे नवें पिंड तलवंडी विच चलो, मकान मैं बना के देंगा, जमीन का टुकड़ा तुहाडे वास्ते मैं देंगा, अपना परिवार लेके उत्थे चले जाओ। बाबा शिवराम जी ने ये प्रस्ताव स्वीकार कर लिया। वो गोडे पिंड त्याग के तलवंडी पिंड विच आ गए, गृहस्थी जीवन अपना शुरू कर लिया। उन्होंने जो जिम्मेवारी लगी उन्होंने पटवारी का काम शुरू कर लिया, बाखूबी निभाया। उन्होंने घर 1497 बिक्रमी संमत विच एक पुत्र ने जन्म लिया, जिहड़ा अज निक्के जे बाल के रूप दे विच है। कल नूं इसने गुरु नानक का पिता बनने का माण प्राप्त करना है। उहदा नाम रखिया कल्याण चंद। 1501 विक्रमी संमत विच दूसरे बेटे ने जन्म लिया शिवराम जी के घर माता बनारसी की कुख तो। उहदा नाम रखिया लाल चंद। ये गुरु नानक के चाचे का नाम है, सका चाचा है। इस करके उस वेले समा जो करवट लैंदा है, जिमें बाबा राम नारायण जी चले गए तो गृहस्थी जीवन के कामयाब हो के हौली हौली समा अगे बढ़ता गया। तो बाबा शिवराम जी अपनियां जिम्मेदारियों तो विहला होना चाहते सन। उन्हों का पुत्र भर जवानी भी आ गया, बाबा कल्याण चंद। वो सोचन लगे कि मैं अपने पुत्र का विआह कर दियाँ, जिमें मेरा विआह मेरे पिता ने अपने हुंदियां कर दिता। सोच रही सन दूसरे पासे हुण गुरु नानक दे नानकियां वाल चलो। चहला नगर है, पाकिस्तान दे विच है। चहला नगर दे विच एक बड़ा साऊ शरीफ खानदान रहिंदा सी। उस खानदान का बुजुर्ग सी, उहदा नाम सी भाई रामा। ये वो शख्स है जिहड़ा गुरु नानक का नाना होने का माण प्राप्त करेगा। इहदे घर वाली इहदी अर्धंगनी सत्कारयोग माता सभराई उसका नाम लिखा है इतिहास दे विच। ये गुरु नानक की नानी होने का माण प्राप्त करेगी। इन्हां दे घर जो संतान हुई, इन्हां दे बेटे ने जन्म लिया, उहदा नाम रखिया कृष्णा। ते अज जिहड़ा बच्चा जम्मिया है, ये आने वाले समय गुरु नानक का सका मामा होएगा। गुरु नानक के मामे का नाम है जी कृष्णा। फिर उन्होंने बेटी ने जन्म लिया, उहदा नाम रखिया त्रिपता। इहदी कुख तो गुरु नानक ने संसार विच प्रगट होना है। उस तो बाद एक होर बेटी ने जन्म लिया, उहदा नाम रखिया लखो। ये गुरु नानक की मासी है। ये नानके परिवार का इतिहास है। वो बच्ची जो जान होंदी है तो बाबे शिवराम के पुत्र कल्याण चंद जी के नाल सगाई हुई, ब्याह होया, गृहस्थी जीवन शुरू होया। जदों संसार दे विच किसी बच्चे दे आउण दी उम्मीद हो गई, कुख हरी हो गई, तो फिर चहला नगर दे विच बाबा रामा जी ने, कृष्णा जी ने, प्यो पुत्ता ने अपनी धी नूं, कृष्णा जी ने अपनी भैन नूं उस वेले दे रिवाज अनुसार के पहला बच्चा नानके परिवार विच होया करदा सी। माता त्रिपता जी के पेके सन, उन्होंने लै गए। उत्थे उन्होंने एक बच्ची नूं जन्म दिता, जिहदे नां ते अज भी उत्थे गुरुद्वारा बनिया होया है। उस वेले नां रखण दी बात आई कि नां की रखा जाए। बड़े सीधे लोग होंदे सी, जिहड़ा बुधवार नूं पैदा हो के बुध सिंह रख दिओ, वीरवार नूं होया वीर सिंह रख दिओ, मंगलवार नूं होया मंगल सिंह रख दिओ, जां किसी गुरु पीरां दे नां ते रख लिओ। सीधा जा कहंदे जी नानकी पैदा हुई है तो नां इहदा नानकी रख दिओ। ये गुरु नानक की भैन होने का माण प्राप्त करेगी। अज भी उत्थे चहला नगर की भैन नानकी का गुरुद्वारा बनया हुआ है।
यादगारी स्थान है। बहुत कुछ इतिहास साडा पाकिस्तान च है। 5 साल भैन नानकी नूं पैदा होई नूं हो गए, उस तो बाद कोई संतान नहीं हुई। हुण समा वो आया जिहड़ा अज दा दिन है। ये अज दा मुबारक दिन किवें आया? ये तां सी बाबा कल्याण चंद जी, माता तृप्ता जी, भैन नानकी जी, इन्हां दे परिवार की कुछ गल सी। ते दूसरे पासे राय भोए की मौत हो गई है। ते जिस वेले राय भोए की मौत हुई, ਉਹਦੇ ਥਾਂ ਤੇ ਉਹਦਾ ਪੁੱਤਰ ਰਾਏ ਬੁਲਾਰ ਗੱਦੀ ਛੀਨ उस गद्दी ते आ गया। जदों वो गद्दी ते आया तो उस वेले इधर बाबा शिवराम जी चढ़ाई कर चुके सी। उन्होंने पुरानी सांझ नूं उस तरह बरकरार रखते हुए बाबा कल्याण चंद जी नूं उन्हां दे पिता की तरह अपने 10 पिंडां दा पटवारी ला लिया। जिथे असीं धी नूं विआहुंदे साडे कोल 2-3 गल्लां ही हुंदियां। मकान चंगा होवे बेटी वास्ते, पदार्थ चंगा होवे, खानदान चंगा होवे, इज्जतदार होण, पढ़िया लिखिया होवे, ये सारा कुछ ही खानदान च है सी। ये इस जन्म की कहानी है जिहड़ी ग्रंथां च सुनी है। एक पुराना इतिहास डॉक्टर भाई वीर सिंह जी ने खोजिया है, उन भी अखों परोखे नहीं किया जा सकता। वो की है? इस लड़ी दे मोती नूं उत्थों भी चुन के नाल जोड़ लईए, चंगी बात होएगी। बड़मुला मोती है। वो लिखते हैं एक पानी का छंभ भरिया होया सी। उन्हां दी लेखनी बड़ी जानदार है। उहदे किनारे ते तपस्वी बैठे सन। लिखिया है कि कुछ तपस्वी पानी च खड़ के तप करते सी सर्दी के मौसम, कुछ पुठे लटके तप करते सी, कुछ चौंकड़ा मार के तप करते सी, कोई योगाभ्यास करता सी। साधक अपनी अपनी साधना च लगे न। उन्हां दा जो मंडलेश्वर है उन्होंने उच्चियां करने में सहायता करता है, योग अगवाई कर रहे हैं। एक दिन की होया, उन्हां तपस्वियों के विचों एक तपस्वी नूं उस अकाल पुरख वाहिगुरू दे जो शक्ति है, व्यक्ति नहीं, व्यक्ति रूप दे च प्रगट हो जाती है कुछ समय वास्ते। जिमें धन्ने नूं मिले प्रतख गुसाइयां धन्ना बड़भागा। परमात्मा प्रगट हो गए। आवाज आई तपस्वी ब्रह्मभूर। इसका मतलब है कि वर मंगो, मैं आ गया, की चाहिए। ये तपस्वी परमात्मा दे दर्शन करके मोहन मोह लिया मन मोर। इन्ना मन मोहित हो गया, इनू मुक्ति मंगना तो चेते ही भुल गया कि मैनू मुक्त कर दे। इनू ये चेते ही भुल गया कि मेरी उम्र बुढ़ापे विच है। इनू ये चेता भुल गया कि मैं ब्रह्मचारी हाँ। इन्हें मंग मंगी गृहस्थियां वाली। कहते दाता तेरे दीदार करके मेरे मन दे विच एक लोभ पैदा हो गया, एक लालच जा गया है मेरे हृदय दे विच। तपस्वी की लालच है? जो मांगे ठाकर अपने ते सोई सोई। मंग, दिल खोल के मंग। कहन लगे जी फिर मैनू किरपा करो, मेरी गोद विच खेडो, एक निक्का जा स्वरूप बन के मेरे पुत्र दे रूप विच बन के आ जाओ, मैं तैनू लाड लड़ावां ते मैं मेरी तपस्या सफली हो जाएगी। परमेश्वर क्या तथास्तु, ऐसा ही होएगा। खेड समाप्त हो गई। ये तपस्वी जाता है अपने गुरदेव दे कोल, एकांत विच अपने गुरु नूं कहंदा है, गुरुदेव मैनू परमेश्वर दे दर्शन होए। विद्यार्थी कामयाब होवे, उस्ताद दा मान वध है। उन्हें कहा बड़ी बहुत चंगी गल तू मैनू दस रहे हैं, मेरा शिष्य कामयाब हो गया। अच्छा दस फिर की मंगया? जद इन्हें दसिया भी मैं आ मंगया। कहन लगे तपस्वी इन्ना कुछ घालना घाल के तू खेह दे विच रला दित्ती है।
हाथी दे इशनान वाली गल कर ली है। हाथी दे इशनान का कोई महत्ता नहीं रखता, मिट्टी कट्टा अपने ऊपर पा लेंदा है। तेरी मंग गलत है जी, किस तरह गलत है? तू ये नहीं सोचा कि तू ब्रह्मचारी है, बाल जती है, तू एक तपस्वी है, गृहस्थी नहीं, और तू बुढ़ापे दे विच है। संतान कितों डिगेगी? आकाश तो आएगी संतान। ये गृहस्थियां वाली मंग तेनों किने कह दिता सी मंगण नूं? कहंदा ओहो गुरदेव मेरे कोलों गलती हो गई, मेरे दिमाग ने काम नहीं किया। कहंदे माया दा पड़दा पै गया, फिर हुण की होएगा? वो कहंदे मेरी जाचे होएगा तो ऐसा भी परमेश्वर तो अपने बचनों अनुसार तेरे पुत्र बन के आएगा, पर तेरा ये जन्म नहीं, अगला जन्म होएगा। पर एक गल याद रखी, मैनू मेरे नेत्रां द्वारा जो दिस रहा है, मैनू लगता है जे तू नाल ये मंग लैंदा कि जदों तू मेरा पुत्र बन के आएगा, मैनू ये ज्ञान रहे कि तू परमेश्वर है, तैं ये क्यों नहीं मंगया? हुण तू परमात्मा का निरादर करेगा, तू पुत्र समझ के झिड़केगा, तू पुत्र समझ के बेअदबी करेगा, उसकी मार कुटाई करेगा तू उसकी, जिवें आम बाप कुटदे ने पुत्रां नूं। कौन लेखा देगा इसका? वो कंब गया, कहन लगा गुरदेव मैनू बचा लो, मैं रब का निरादर करेगा? कहते अवश्य, क्योंकि ज्ञान नहीं हो गया तैनूं भी रब है। महाराज फिर तुसी मेरा कुछ भला करो। कहते एक हो सकता है कि कहते तैनूं दर्शन हो गए, मैनू अजे होए नहीं। मेरी प्रारब्ध दे विच एक जन्म होर लिखिया तपस्वी का, उस जन्म दे विच मैनू दर्शन होण गए। बई एक हो सकता है सज्जना, मैं भी तेरे किते लागे शागे अपना शरीर धारण कर लवांगा ते तैनूं मैं समझाउंदा रहांगा। ये नहीं पता भी मेरे समझाए तो समझेगा या नहीं, फिर भी यही गल कह दी। वो मंडलेश्वर सी जिहड़ा, वो बनया राय बुलार, ਇਹਦਾ गुरु सी। वो तपस्वी बनया बाबा कल्याण चंद, ते गल तां उही चपेड़ां तां मार दित्तियां सी। फिर राय बुलार तां कल पिया सी, ये मेरे खुदा दे उहनूं ज्ञान है। इस करके राय बुलार वो तपस्वी है पुराना। ते जिस वेले ऐन समा यह आन पहुंचया, उधर कलमल होई मेदनी, अरदास करे लिवलाए। सच्चे ही सुनिया कन दे, ध्यान नाल सुन लिया। तीरक देवै सह सुभाए, इंद्रे नूं फरमाया बुठा शह वरताए। कल काती राजे का साई, धर्म कम पंख कर उड़ रहा। कूड़ अमाव सच चंद्रमा दिशा नहीं कह चढ़िया। हों पाल भी को नहीं हुई, अधेरे राह ना कोई, बिच होमे कर दुख रोई, कहो नानक किन विदगत होई। ये धरती के हालात सन, धरती का अध्यक्ष देव, धरती का किते इनू मिट्टी नूं ना समझो भी मिट्टी उठ के गई। धरती का अध्यक्ष देव ब्रह्मा कोल जांदा है, मेरे तो भार नहीं सहन होंदा। ब्रह्मा जी, शिव जी और विष्णु जी उन्हां दी सहायता लैंदे ने, ते सारे जवाब देंदे ने भी आपां कुछ नहीं कर सकते, ये तो अपना मालक निरंकार कर सकता है। विष्णु जी ने कहा तुसी साडे विच बड़े हो, कहा भी तुसी साडे विच बड़े हो। सतो गुण जिहड़ा ये बड़ा है, तमो गुण तो रजो गुण बड़ा, रजो गुण तो सतो गुण बड़ा है। ये तुसी कृपा करके सारे देवतियां ने त्राहे माम कीती। आकाशवाणी होए देवतियों क्या बात है, कहंदे जी धरती ते भार हुण झल्लण जोगी समर्था नहीं रही। कलमल होई मेदनी, अरदासां हो रही। कहण लगे विष्णु जी तुहानूं असीं 23 बार संसार विच भेजिया, एक बार होर जाओगे। 7 बार ब्रह्मा गया, 7 अवतार ब्रह्मा दे ने, 11 अवतार शिव जी दे है। कहंदे इस बार मैं जावांगा आप, तुहाडी अरदास मंजूर है। मैं एक तपस्वी दे नाल, एक तपस्सण दे नाल वादा कीता होया कि मैं तुहाडे पुत्र हो के आवांगा, मैं अपना वचन पूरा करना। उन्हां दी बड़ी जुगां जुगातरां दी तपस्या है। कहण लगे महाराज फिर कृपा करके दसो किस देश में जाओगे,
किस खानदान भी जाओगे, की नाम होएगा तुहाडा, तुहाडे जाण तो पहलां असीं सारा प्रबंध करना, असीं भी तो जावांगे सिखां दे रूप विच, दस दिता। ਉਹੀ ਗੱਲ ਬ੍ਰਹਮਾ ਨੇ ਵੇਦ ਵਿਆਸ ਨੂੰ ਦੱਸੀ ਜਦੋਂ ਉਹਨੇ ਕਿਹਾ ਮਹਾਰਾਜ ਇਹ ਸਮਾਂ ਇਹੋ ਜਿਹਾ ਆ ਰਿਹਾ ਕਲਯੁਗ ਵਿੱਚ ਕੀ ਬਣੇਗਾ। ਬ੍ਰਹਮਾ ਨੇ ਕਿਹਾ ਚਿੰਤਾ ਨਾ ਕਰ, ਅਰਦਾਸ ਹੋਈ ਵੀ ਹੈ, ਕਲਯੁਗ ਦੇ ਵਿੱਚ ਆਪ ਆਏਗਾ ਨਿਰੰਕਾਰ। ਮਹਾਰਿਸ਼ੀ ਵਿਆਸ ਨੇ 12 ਸ਼ਲੋਕ ਸੰਸਕ੍ਰਿਤ ਦੇ ਲਿਖੇ ਭਵਿੱਖਿਅਤ ਪੁਰਾਣ ਵਿੱਚ। ਉਹਦੇ 'ਚ ਪਹਿਲਾ ਹੀ ਸ਼ਲੋਕ ਹੈ, ਏਵੰ ਬਈ ਧਰਮ ਵਿੱਚ ਤੀ ਵਿਵਿਕਤੀ ਜਦਾ ਕਲੂ ਤਦਾ ਵੈ ਲੋਕ ਰਖਿਆਰਥਮ ਮਲੇਸ਼ਾਂ ਦਾ ਨਾਸਟ ਵੇ ਪਸ਼ਚਿਮੇ ਸੁਭਮ ਦੇਸੇ ਬੇਦੀ ਵੰਸ਼ਿਤ ਨਾਨਕੂ। ਬੇਦੀਆਂ ਦੀ ਵੰਸ਼ਜ ਗੁਰੂ ਨਾਨਕ ਸਾਹਿਬ ਆਉਣਗੇ। ਇਹ ਨਾਮ ਪਹਿਲਾਂ ਆਪ ਰੱਖਿਆ ਨਿਰੰਕਾਰ ਨੇ, ਮੇਰਾ ਨਾਮ ਨਾਨਕ ਹੋਏਗਾ। ਉਸ ਵਿਧੀ ਵਿਧਿਆ ਅਨੁਸਾਰ ਤੇ ਜਿਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਕਹਿ ਦਿੱਤਾ ਮਹਿਤਾ ਜੀ ਨੂੰ ਕਿ ਬੇਟੀ 5 ਵਰਿਆਂ ਦੀ ਹੋ ਗਈ ਹੈ ਤੇ ਮੇਰੀ ਕੁੱਖ ਦੇ ਵਿੱਚ ਕੋਈ ਨਵਾਂ ਜੀ ਆ ਗਿਆ, ਸਮਾਂ ਆਇਆ। ਅਵਤਾਰ ਦੀ ਦੇਹ ਤਾਂ ਵੱਧਦੀ ਹੈ ਮਾਤਾ ਦੇ ਗਰਭ ਵਿੱਚ ਉਵੇਂ ਜਿਵੇਂ ਜਿਵੇਂ ਜੀਵਾਂ ਦੀ ਬਣਦੀ ਹੈ, ਪਰ ਉਹਦੇ ਵਿੱਚ ਜੀਵ ਆਤਮਾ ਨਹੀਂ ਹੁੰਦਾ। ਅਚਰਜ ਬਾਤ ਹੈ, ਜੀਵ ਆਤਮਾ ਤੋਂ ਬਿਨਾਂ ਦੇਹ ਨਹੀਂ ਵੱਧਦੀ, ਲੇਕਿਨ ਮਾਇਆਵੀ ਸ਼ਕਤੀ ਦੇ ਨਾਲ। ਇਹ ਅਵਤਾਰ ਦੇ ਵਿਧਾਨ ਵਿੱਚ ਲਿਖਿਆ ਹੋਇਆ ਹੈ। ਤੇ ਫਿਰ ਪਰਮਾਤਮਾ ਕਾਹਦਾ ਹੋਇਆ ਜਿਹੜਾ ਗਰਭ ਵਿੱਚ ਆ ਗਿਆ। ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਜਿਹੜਾ ਕਹੇ ਠਾਕਰ ਜੂਨ ਵਿੱਚ ਆ ਗਿਆ ਕਹਿੰਦੇ ਮੂੰਹ ਸੜ ਜਾਏ ਉਹ। ਇਸ ਕਰਕੇ ਗੁਰੂ ਨਾਨਕ ਗਰਭ ਵਿੱਚ ਨਹੀਂ ਗਏ। ਉਹਨਾਂ ਦੇ ਸਰੀਰ ਨੂੰ ਮਾਇਆਵੀ ਸ਼ਕਤੀ ਨਾਲ ਬਣਤਰ ਬਣੀ, ਗੰਢੇਂਦਿਆਂ 6 ਮਾਹ ਉਸੇ ਤਰ੍ਹਾਂ ਬਣੀ। 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ, ਦੇਹ ਨੇ ਜਨਮ ਲਿਆ। ਗੁਰੂ ਨਾਨਕ ਗਰਭ ਵਿੱਚ ਨਹੀਂ ਗਏ, ਗਰਭ ਦੇ ਵਿੱਚੋਂ ਦੇਹ ਬਾਹਰ ਨਿਕਲਦੀ ਹੈ। ਨਿਰੰਕਾਰ ਆਪਣੇ ਦੇਸ਼ ਤੋਂ ਆ ਕੇ ਜਦੋਂ ਉਸ ਦੇਹ ਦੇ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੋਚਿਆ ਵੀ ਥੋੜ੍ਹੀ ਜਿਹੀ ਝਲਕ ਨਿਰੰਕਾਰ ਨੇ ਸੋਚਿਆ ਦਿਖਾ ਦਈਏ ਆਪਣੇ ਭਗਤਾਂ ਨੂੰ। ਉਸ ਵੇਲੇ ਲਿਖਿਆ ਕਿ ਚਤੁਰਭੁਜੀ ਰੂਪ ਦੇ ਅੰਦਰ ਭਗਵਾਨ ਜੀ ਨੇ ਦਰਸ਼ਨ ਦੇ ਦਿੱਤੇ। ਮਹਿਤਾ ਜੀ ਦੇ ਆਂਗਨ ਦੇ ਵਿੱਚ ਪ੍ਰਮਾਤਮਾ ਪ੍ਰਤੱਖ ਖੜਾ ਹੈ ਤਾਂ ਨਮਸਕਾਰ ਤੇ ਮਾਤਾ ਪਿਤਾ ਡੰਡੌਤ ਕਰ ਮੱਥਾ ਟੇਕਿਆ। ਪਰਮੇਸ਼ਰ ਨੇ ਸੋਚਿਆ ਜੇ ਹੁਣੇ ਡੰਡੌਤਾਂ ਕਰਨ ਲੱਗ ਪਏ ਫਿਰ ਤਾਂ ਇਤਿਹਾਸ ਹੀ ਨਹੀਂ ਬਣਨਾ। ਆਪਣੀ ਮਾਇਆ ਦਾ ਪਰਦਾ, ਮੋਹ ਦੀ ਕਨਾਤ ਤਾਣ ਦਿੱਤੀ, ਪਰਦਾ ਪਾ ਦਿੱਤਾ, ਖੇਡ ਸਮਾਪਤ ਹੋ ਗਈ। ਹਾਂ, ਉਸ ਵੇਲੇ ਮਾਤਾ ਨੇ ਪੁੱਛਿਆ, ਹੇ ਈਸ਼ਵਰ, ਹੇ ਪਰਮਾਤਮਾ ਜੀ, ਮੈਂ ਤਾਂ ਸੁਣਿਆ ਤੂੰ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਤੇਰੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ ਨੇ। ਕਹਿੰਦੇ ਮਾਤਾ ਠੀਕ ਹੈ। ਕਹਿੰਦੇ ਫਿਰ ਤੂੰ ਐਡੇ ਵੱਡੇ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਇੱਕ ਇੱਕ ਰੋਮ ਜੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਫਿਰ ਤੂੰ ਮੇਰੇ ਪੇਟ ਵਿੱਚ ਕਿਵੇਂ ਆ ਗਿਆ? ਰੱਬਾ ਮੇਰੇ ਇਹ ਗੱਲ ਸਮਝ ਨਹੀਂ ਆ ਰਹੀ। ਭਗਵਾਨ ਜੀ ਹੱਸ ਕੇ ਕਹਿੰਦੇ ਮਾਤਾ ਮੈਂ ਤੇਰੇ ਪੇਟ ਵਿੱਚ ਨਹੀਂ ਗਿਆ, ਮੈਂ ਤਾਂ ਬਾਹਰ ਖੜਾ, ਤੂੰ ਵੇਖ ਨਹੀਂ ਰਹੀ। ਤੇਰੇ ਗਰਭ ਵਿੱਚ ਮੇਰਾ ਕੇਵਲ ਸਰੀਰ ਹੈ, ਮੈਂ ਨਹੀਂ ਹਾਂ। ਮੈਂ ਕਦੇ ਕਿਸੇ ਦੇ ਗਰਭ ਵਿੱਚ ਨਹੀਂ ਜਾਂਦਾ। ਮੈਂ ਅਜਨਮਾ ਹਾਂ, ਮੈਂ ਅਕਰੇ ਹਾਂ, ਮੈਂ ਅਵਿਨਾਸੀ ਹਾਂ, ਮੈਂ ਨਿਰਾਕਾਰ ਹਾਂ, ਪਰ ਮੈਂ ਸਾਕਾਰ ਰੂਪ ਧਾਰਨ ਕਰਨ ਵਾਸਤੇ ਖੇਡ ਰਚੀ ਹੈ, ਤੈਨੂੰ ਮਾਣ ਦਿੱਤਾ ਹੈ। ਖੇਡ ਸਮਾਪਤ ਹੋ ਗਈ ਤੇ ਪਤੀ ਪਤਨੀ ਗੱਲ ਕਹਿੰਦੇ ਮਹਿਤਾ ਜੀ ਕਹਿੰਦੇ ਇਹੋ ਜਿਹਾ ਸੁਪਨਾ ਆਇਆ, ਮੈਨੂੰ ਤਾਂ ਐਂ ਹੋ ਗਿਆ ਵੀ ਚਤੁਰਭੁਜੀ ਭਗਵਾਨ ਜੀ ਆ ਕੇ ਕਹਿੰਦੇ ਮੈਨੂੰ ਵੀ ਸੁਪਨਾ ਆਇਆ। ਉਹ ਸੁਪਨੇ ਦੇ ਵਿੱਚ ਹੀ ਬਦਲ ਦਿੱਤੀ ਜਿਹੜੀ ਗੱਲ ਪ੍ਰਤੱਖ ਹੋਈ ਸੀ। ਜਿਸ ਵੇਲੇ ਸਮਾਂ ਹੋਇਆ ਅਵਤਾਰ ਦਾ ਧਾਰਨ ਦਾ, 33 ਕਰੋੜ ਦੇਵਤੇ, ਬਰਮਾ, ਵਿਸ਼ਨੂੰ, ਸ਼ਿਵ ਜੀ, ਇੰਦਰ, ਕੁਬੇਰ, ਨੌਨਾਥ, 84 ਸਿੱਧ, ਇਹ ਲਿਖਿਆ ਹੋਇਆ ਜੀ। ਮੈਂ ਕਲਪਨਾ ਦੇ ਆਧਾਰ ਤੇ ਨਹੀਂ ਕਹਿ ਰਿਹਾ। ਹੱਥ ਲਿਖਤ ਜਨਮ ਸਾਖੀ ਜਿਹੜੀ ਮੈਂ ਪੜ੍ਹੀ ਹੈ, ਹੁਣ ਵਾਲੀ ਦੇ ਵਿੱਚ ਨਹੀਂ ਹੈਗੀਆਂ ਇਹ ਗੱਲਾਂ। ਤੇ ਸਾਰੇ ਦੇਵਤੇ ਸੂਖਮ ਸਰੀਰ ਧਾਰਨ ਕਰਕੇ ਫਿਰ ਆਕਾਸ਼ ਤੋਂ ਫੁੱਲ ਭਰੇ ਹੈ। ਜਦੋਂ ਗੁਰੂ ਨਾ ਭਇਆ ਆਨੰਦ ਜਗਤ ਵਿੱਚ ਕਾਲ ਤਾਰਨ ਗੁਰੂ ਨਾਨਕ ਆਇਆ। ਜਦੋਂ ਐਨ ਸਮਾਂ ਹੋ ਗਿਆ 1526 ਵਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਯਾਨੀ ਅੱਜ ਦਾ ਦਿਹਾੜਾ, ਤਾਂ ਉਸ ਵੇਲੇ ਫਿਰ
दौलतां नाम की दाई सदी गई, तो जिस वेले वायु प्रसूता दे दर्दां उठियां न, विधान पूरा रखना सी, उस वेले एक होर बड़ी अजीब बात है। 5 वरियां दी कुड़ी बाबा कल्याण चंद की पुत्री नानकी, वो अपनी माँ के पलंगे के कोल चक्कर लगाउंदी फिरदी है। जदों दाई आ गई उन्हें कहने कुड़ी नूं बाहर कढो। भैन नानकी कहन लगी, माँ मैं बाहर नहीं जाना, इत्थे रहना। दाई ने पूछा, पुत क्यों? माँ ने पूछा, बेटा क्यों? ये समा बच्चे दे जन्म वेले निक्का बच्चा कोई नहीं कोल रह सकता, तेरा बाप गुस्से होगा तेरे नाल, तू बाहर चली जा। कहती, माँ मैं हाथ जोड़दी हाँ, मैं बाहर नहीं जाना, सब तो पहला वीर दे दर्शन मैं करना चाहुंदी हां। दाई कहन लगी, नानकी तैनू की पता वीर आएगा, तेरी भैन भी तो आ सकती है। माँ ने कहा तृप्ता ने, बेटा तैनू किवें पता भी वीर आएगा? कहती, मैनू पता है तां ही कह रही है ना, वीर आएगा। वीर नहीं, वीर दे रूप दे कोई शक्ति आ रही है। मेरी जन्मा जन्मातां दी तपस्या, मेरे जो नेत्र दत्ते परमात्मा ने 5 वरियां दी कुड़ी कह रही है, मैं इत्थे खड़ांगी, कह खड़ी रहन दो। जदों गुरु नानक साहब दा शरीर माता दे गर्भ चों बाहर आउंदा है, निरंकार दी जोत निरंकार दे देश तो आके प्रवेश करदी है, तां जदों नेत्र खोले पहली दृष्टि भैन नानकी दे उत्ते पई है। भैन नानकी ने दोवें हथ जोड़े, क्या ऐ ईश्वर, ऐ दाता, इस निमाणे नूं तू भैन कहा करेगा? मैं तेनू गोद विच चक के, हे निरंकार मैं तेनू भरा समझ के खड़ावांगी। नहीं नहीं, तू निरंकार है, तू मेरे माता पिता नूं, साडे खानदान नूं, मैनू, मेरे नानकिਆਂ नूं ये मान देण वास्ते है दाता, मैं तेनू पहचान लिया। सब तो पहली मनुखी अख है जिसने निरंकार देखा है, गुरु नानक नूं। उस वेले मेहता जी ने पंडित विद्वान सदिया, मेरे पुत्र का टेवा बनाओ, जन्म पत्री बनानी। क्या दाई नूं बुलाओ, दौलत आ गई। हे दाई बच्चे दे कुछ लक्षण दस। दाई हस के कहती, जिमें किसी ने ताज़ा नशा पीता हो ना, अखां ते सुरूर हुंदा है ਉਹਦੇ, ਉਹਦੀਆਂ अखां ते गुरु नानक दे दर्शनां दा सुरूर है। कहती पंडित जी की पुछना चाहुंदे हो? कहंदे कोई लक्षण? कहंदी एक लक्षण होवे तां दसां। तू पुत्र समझदा है? कहंदी होर की है? कहंदी ना 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 भुल जा, ये कोई अवतारां दा सरदार आ गया, अवतारां दा अवतार आ गया है। तू अनपढ़ औरत, तैनू की पता अवतार की हुंदा है? कहंदी ये तां नहीं मैनू पता। पहली गल कि 8 दीवे जगदे है, चौमुखे दीवे हुंदे सी, 4 बत्तियां एक दीवे च पैंदियां, 2 दीवियां दे 8 बत्तियां हो गईयां। 8 बत्तियां दी रोशनी ऐ मध्यम हो गई जिवें करोड़ां सूरजां दा चानना हो जाता है जदों इन्हां दा अवतार होया। प्रतख भी चानना होया, सतगुरु नानक प्रगटिया बेटी तुंदे जे चानन होया, दूआ चानना तो ज्ञान का तो होया, प्रतख भी हो गया। दूसरी बात, पंडित जी की तुसीं नहीं सुनिया रात डंड रौला? तलवंडी दे सारे नगर दे उत्ते शोर शराबा आकाश में की हो रहा सी? कहंदा हाँ दाई वो तो मैं भी सुनिया। कहंदी फिर इन्ने न्याणे जमे ने, किसी दे होर सुनिया शोर शराबा? वो देवते फुल भराउंदे सी उस वेले, मेहता जी दे बेड़े दे फुल डिगदे सी, पर फुल हथ च नहीं सी आउंदे ते सुगंधी फल आ रहे सी, देवते फुल सिट रहे सी। की पुछदा है? मेरे हत्थां 'च सैकड़े बच्चे जम्मे, हरेक बच्चा जन्म लैके चीकां मारदा रोंदा है, और ये हो सकता है कोई जन्म वेले की पीड़ा ना सहन करके बच्चा बेहोश हो गया होवे, पर यह तो कदी नहीं होया कि बच्चा खिड़खिड़ करके हसिया होवे। ये खिड़खिड़ करके हसिया है, और हासा भी बजुर्ग हसदा होवे, बिरध दा हासा, बच्चे दा हासा, बीबी दा हासा,
ये कदे रलदे थोड़ी है। ये हासा बच्चों वाला नहीं सी, खिड़खिड़ करके हसे। ये मैनू नहीं पता क्यों हसिया। उस गल नूं फिर भाई बाला जी खोल के लिखते हैं, हे गुरु अंगद देव जी, उस वे ब्रह्मा विष्णु शिव जी सामने खड़े सन। गुरु नानक ने जदों देखा, उन्होंने नमस्कार की। गुरु नानक अपने हासे नूं नहीं रोक सके कि मैं निक्का जिहा स्वरूप धारण कर लिया तो तुसीं मैनूं पहचान लिया इत्थे आके। ये हसन का कारण लिखिया है। इस करके गुरु नानक साहब महाराज भया आनंद जगत विच। कल तारन गुरु नानक आया ते सतगुरु महाराज साहब जी जिस दिन आप जी का अवतार होया, जिन्ने संसार के जेल खाने सन, उन्हां जेल खानियां दे मालक राजे लोग सन। उन्हां दे हिरदे नूं प्रेर दिता। उन्होंने खुशी विच आ कहा कि जेल दे विचों सारे मुजरम रिहा कर दिते जान, कोई कैदी ना रहे जेल दे विच। वजीरां ने कहा महाराज ऐसा क्यों? कहते भी पता नहीं, अंदरों ही प्रेरणा हो गई है। गुरु नानक दे अवतार वेले कैदी कैदां चों छुटे, जिन्होंने बीमारियां दे कारण वैद्यां ने जवाब दे दिता सी, हकीमां ने। उस रात उन्होंने तंदुरुस्ती प्राप्त हो गई। जिन्हां दी समाधियां नहीं लगदियां, उन्हां दी समाधियां लगियां खुलियां नहीं दिन चढ़े तक। आनंद ही आनंद वरता दिता गुरु नानक ने। किहड़ी गल करिए गुरु नानक दी। इस करके गुरु नानक साहब महाराज, भाई टाइम उत्ते तो नहीं हो गया, मिनट रहिंदे कुछ टाइम हो गया जी। साध संगत जी, गुरु नानक दे अवतार दी आप नूं लख लख बधाई होवे। ते मैं गुरु नानक साहब जी दे अवतार तक दे इतिहास कह के आप जी तो खेमा मंगदा।